ਇੱਥੋਂ ਤੱਕ ਕਿ ਜਿਹੜੇ ਪੁਰਾਣੇ ਮੁਗਲਾਂ ਦੇ ਜ਼ਮਾਨੇ ਦੇ ਵਿੱਚ ਜਿਹੜੇ ਨਾਮ ਬਦਲ ਦਿੱਤੇ ਗਏ ਸੀ ਸ਼ਹਿਰਾਂ ਦੇ, ਉਹਨਾਂ ਨੂੰ ਵੀ ਉਹ ਦੁਬਾਰਾ ਜਿਹੜੇ ਉਸੇ ਤਰੀਕੇ ਦਿੱਲੀ ਦਾ ਨਾਮ ਵੀ ਇੰਦਰਪ੍ਰਸਥ ਕਰਨ ਦੀ ਗੱਲ ਚੱਲ ਰਹੀ ਹੈਗੀ ਹੈ। ਤਾਂ ਕਿਉਂ ਨਹੀਂ ਫਿਰ ਆਯੁਰਵੇਦ ਨੂੰ ਜਿਹੜਾ ਉਹ बढ़ावा ਦੇ ਰਹੇ? ਜਦੋਂ ਅੰਗਰੇਜ਼ ਆਏ, ਕਿਉਂਕਿ ਉਹ ਵਪਾਰ ਐਲੋਪੈਥੀ ਦੇ ਰਾਹੀਂ ਕਰਦੇ ਸੀਗੇ, ਐਲੋਪੈਥੀ ਨੂੰ ਵਪਾਰ ਬਣਾਉਣਾ ਚਾਹੁੰਦੇ ਸੀਗੇ, ਆਯੁਰਵੈਦਿਕ ਨੂੰ ਵਪਾਰ ਉਹ ਬਣਾ ਨਹੀਂ ਸੀ ਸਕਦੇ, ਕਿਉਂਕਿ ਆਯੁਰਵੇਦ ਸਾਡੇ ਘਰ ਘਰ ਦੇ ਵਿੱਚ ਵਸਿਆ ਹੋਇਆ ਸੀ। ਲੇਕਿਨ ਉਦੋਂ ਉਹਨਾਂ ਨੂੰ ਇੱਕ ਸਮਝ ਨਹੀਂ ਆਈ, ਤਾਂ ਉਹਨਾਂ ਨੇ ਕਿਉਂਕਿ ਵਪਾਰ ਇਕੱਲਾ ਐਲੋਪੈਥੀ ਨੂੰ ਬਣਾਉਣਾ ਸੀਗਾ, ਉਹਨਾਂ ਨੇ ਸਿਸਟੇਮੈਟਿਕਲੀ ਆਯੁਰਵੇਦ ਨੂੰ ਕਿਲ ਕੀਤਾ। ਪਰ ਇੱਕ ਬਿਮਾਰੀ ਮੈਨੂੰ ਖਾਸ ਕਰਕੇ ਯਾਦ ਹੈ, ਬੱਚਿਆਂ ਦੀਆਂ ਟੌਂਸਲਸ। ਹੁਣ ਬੱਚਿਆਂ ਦੀ ਟੌਂਸਲਸ ਦੇ ਪ੍ਰਤੀ ਮੈਨੂੰ ਸ਼ੁਰੂ 'ਚ ਹੀ ਸਮਝ ਆ ਗਈ ਕਿ ਇਹ ਬੱਚਿਆਂ ਦੀ ਟੌਂਸਲ ਨੂੰ ਕੱਢਣਾ ਜਿਹੜਾ ਹੈ ਬਹੁਤ ਵੱਡਾ ਪਾਪ ਹੈ। ਉਹ ਸਾਡਾ ਸਾਂਝਾ ਗੇਟ ਹੈ ਭੋਜਨ ਦਾ ਅਤੇ ਹਵਾ ਦਾ, ਜਿਹਦੇ ਪਰ ਦੋ ਵੱਡੇ ਵੱਡੇ ਜਰਨੈਲ ਫੌਜੀ ਖੜਾਏ ਆ ਵੀ ਤੁਸੀਂ ਖੜੋ ਇੱਥੇ, ਧਿਆਨ ਰੱਖਿਓ ਵੀ ਕੋਈ ਗਲਤ ਮਲਤ ਚੀਜ਼ ਅੰਦਰ ਨਾ ਜਾਵੇ, ਅੰਦਰ ਜਾਵੇ ਤਾਂ ਸਿਰ ਸੁਨੇਹਾ ਦੇਣਾ ਸਾਨੂੰ। ਤਾਂ ਉਹ ਜਿਹੜੇ ਫੌਜੀ ਸੀਗੇ ਸਾਰੇ, ਉਹ ਅਸੀਂ ਕੱਢ ਕੇ ਬਾਹਰ ਮਾਰਦੇ ਹਾਂ। ਜਿਹੜੀ ਫਾਰਮਾ ਕੰਪਨੀਆਂ ਨੇ ਇਹ ਲਿਆਉਣ ਜਾ ਰਹੀਆਂ ਨੇ ਇਹੋ ਜਿਹੇ ਲੌਜ ਕਿ ਤੁਹਾਨੂੰ ਫਲਾਂ ਬਿਮਾਰੀ ਹੋਈ ਹੈ ਤਾਂ ਤੁਹਾਨੂੰ ਆਹੀ ਟਰੀਟਮੈਂਟ ਕਰਨੀ ਪਏਗੀ। ਫਾਰ ਐਗਜ਼ਾਮਪਲ ਤੁਹਾਨੂੰ ਕੈਂਸਰ ਹੋਇਆ ਤਾਂ ਤੁਸੀਂ ਆਯੁਰਵੇਦ ਦਾ ਟਰੀਟਮੈਂਟ ਨਹੀਂ ਕਰ ਸਕਦੇ, ਤੁਸੀਂ ਹੋਮੋਪੈਥੀ ਦਾ ਟਰੀਟਮੈਂਟ ਨਹੀਂ ਕਰ ਸਕਦੇ, ਮਰੀਜ਼ ਦੀ ਕੋਈ ਆਪਸ਼ਨ ਨਹੀਂ ਹੈ। ਤੁਹਾਨੂੰ ਉਹ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਹੀ ਕਰਾਉਣੀ ਪਏਗੀ। ਤੁਹਾਨੂੰ ਕਰੋਨਾ ਹੋਇਆ ਤਾਂ ਤੁਹਾਨੂੰ ਵੈਕਸੀਨੇਸ਼ਨ ਹੀ ਲਵਾਉਣਾ ਪਏਗਾ। ਤੁਸੀਂ ਨਹੀਂ ਕਹਿ ਸਕਦਾ ਮੈਂ ਆਪਣੀ ਇਮਿਊਨਿਟੀ ਬਣਾ ਲਈ। ਇਹ ਖਤਰਨਾਕ ਲੈਵਲ ਤੱਕ ਜਾ ਰਹੀ ਗੱਲ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ। ਮੇਰਾ ਨਾਮ ਹੈ ਕੁਲਵੰਤ ਸਿੰਘ। ਲੰਘੇ ਦਿਨੀ ਯੋਗ ਗੁਰੂ ਬਾਬਾ ਰਾਮਦੇਵ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨੀ ਕਿ IMA ਦੇ ਵਿਚਕਾਰ ਇੱਕ ਵੱਡਾ ਵਿਵਾਦ ਖੜ੍ਹਾ ਹੋਇਆ। ਬਾਬਾ ਰਾਮਦੇਵ ਨੇ ਇੱਕ ਬਿਆਨ ਦਿੱਤਾ ਕਿ ਜਿਹੜੀ ਐਲੋਪੈਥੀ ਹੈ ਉਹ ਮਰੀਜ਼ਾਂ ਨੂੰ ਮਾਰ ਰਹੀ ਹੈ। ਐਲੋਪੈਥੀ ਇੱਕ ਨਖਿੱਧ ਜਿਹੜਾ ਉਹ ਹੈਗਾ, ਜਿਹੜਾ ਬਿਲਕੁਲ ਪੱਧਤੀ ਹੈਗੀ ਹੈ। ਅਤੇ ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲਿਆਂ ਨੇ ਜਿਹੜਾ ਇਸ ਦੇ ਸੰਬੰਧ ਵਿੱਚ ਵੱਡਾ ਵਿਰੋਧ ਜਤਾਇਆ। ਜਿਹੜਾ ਭਾਰਤੀ ਸਿਹਤ ਮੰਤਰਾਲੇ ਦੇ ਜਿਹੜੇ ਮੰਤਰੀ ਨੇ, ਉਹਨਾਂ ਦੇ ਡਾਕਟਰ ਹਰਸ਼ਵਰਧਨ, ਉਹਨਾਂ ਦੇ ਕੋਲ ਸ਼ਿਕਾਇਤ ਕੀਤੀ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਡਾਕਟਰ ਹਰਸ਼ਵਰਧਨ ਨੇ ਬਾਬਾ ਰਾਮਦੇਵ ਦੇ ਨਾਲ ਨਾ ਸਿਰਫ ਫੋਨ ਦੇ ਉੱਤੇ ਗੱਲ ਕੀਤੀ, ਉਹਨਾਂ ਦਾ ਵਿਰੋਧ ਜਤਾਇਆ, ਬਲਕਿ ਉਹਨਾਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਵੀ ਕਿਹਾ। ਅਤੇ ਕੁਛ ਪਹਿਲਾਂ ਉਹਨਾਂ ਨੇ ਬਿਆਨ ਵਾਪਸ ਲਿਆ, ਪਰ ਉਹਦੇ ਬਾਵਜੂਦ ਜਦੋਂ ਭਾਰੀ ਵਿਰੋਧ ਹੋਇਆ ਤਾਂ ਫਿਰ ਬਾਬਾ ਰਾਮਦੇਵ ਨੂੰ ਉਹ ਬਿਆਨ ਆਪਣਾ ਵਾਪਸ ਲੈਣਾ ਪਿਆ। ਕਿਉਂ ਇਹ ਸਾਰਾ ਵਰਤਾਰਾ ਖੜ੍ਹਾ ਹੋਇਆ? ਆਖਰ ਜਿਹੜਾ ਆਯੁਰਵੇਦ ਅਤੇ ਐਲੋਪੈਥੀ ਦੇ ਵਿਚਕਾਰ ਜਿਹੜਾ ਉਹ ਟਕਰਾਅ ਕਿਉਂ ਪੈਦਾ ਹੋ ਗਿਆ? ਕੀ ਟਕਰਾਅ ਪੈਦਾ ਹੋਣਾ ਚਾਹੀਦਾ ਸੀਗਾ? ਇਸ ਨੂੰ ਦੋਨਾਂ ਨੂੰ ਪੱਧਤੀਆਂ ਨੂੰ ਇਕੱਠੇ ਰਲ ਕੇ ਚੱਲਣਾ ਚਾਹੀਦਾ ਸੀ? ਐਲੋਪੈਥੀ ਸਾਡੀ ਭਾਰਤੀ ਪੱਧਤੀ ਆਯੁਰਵੇਦ ਦੇ ਉੱਤੇ ਕਿਸ ਤਰ੍ਹਾਂ ਹਾਵੀ ਹੋ ਗਈ ਅਤੇ ਕੀ ਇਹ ਹਾਵੀ ਹੋਣਾ ਠੀਕ ਹੈ? ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਨ ਲਈ ਡਾਕਟਰ ਅਮਰ ਸਿੰਘ ਆਜ਼ਾਦ ਹੋਣੀ ਸਾਡੇ ਨਾਲ ਮੌਜੂਦ ਨੇ ਅਤੇ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਆਯੁਰਵੇਦ ਅਤੇ ਐਲੋਪੈਥੀ ਦੇ ਵਿੱਚ ਵੱਡਾ ਟਕਰਾਅ ਖੜ੍ਹਾ ਹੋ ਗਿਆ ਅਤੇ ਉਹ ਹੁਣ ਸ਼ਰੇਆਮ ਨਿਕਲ ਕੇ ਸਾਹਮਣੇ ਆ ਗਿਆ। ਬਾਬਾ ਰਾਮਦੇਵ ਦੇ ਬਿਆਨ ਤੋਂ ਬਾਅਦ ਜਿਸ ਤਰ੍ਹਾਂ ਡਾਕਟਰ ਹਰਸ਼ਵਰਧਨ ਹੋਣਾ ਕੋਲ ਚਿੱਠੀ ਗਈ ਹੈ, ਵਿਰੋਧ ਜਤਾਇਆ ਗਿਆ, ਉਹਨਾਂ 'ਤੇ ਪਰਚਾ ਦਰਜ ਕਰਨ ਤੱਕ ਦੀ ਮੰਗ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਬਾਬਾ ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ। ਚਲੋ, ਬਾਬਾ ਰਾਮਦੇਵ ਤਾਂ ਜਿਹੜੇ ਸੀਗੇ ਉਹ ਵੱਡੀ ਪਹੁੰਚ ਵਾਲੇ ਬੰਦੇ ਸੀਗੇ। ਜਿਹੜੇ BJP ਸਰਕਾਰ ਦੇ ਵਿੱਚ ਵੀ ਉਹਨਾਂ ਦੇ ਲੋਕ ਹੈਗੇ ਨੇ, ਮੰਤਰੀ ਤੱਕ ਉਹਨਾਂ ਨੂੰ ਚਿੱਠੀ ਲਿਖ ਕੇ ਆਪਣਾ ਬਿਆਨ ਵਾਪਸ ਲੈਣ ਤੱਕ ਦੀ ਗੱਲ ਕਰ ਰਹੇ ਨੇ। ਪਰ ਆਮ ਡਾਕਟਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਕਰਨਗੇ ਉਹਨਾਂ ਨੂੰ ਤਾਂ ਛੱਡਣਗੇ ਨਹੀਂ। ਅਤੇ ਇਹ ਵਿਵਾਦ ਕੀ ਠੀਕ ਹੈ ਇਹ? ਅਤੇ ਇਸ ਦੇ ਬਾਰੇ ਤੁਸੀਂ ਸਭ ਤੋਂ ਪਹਿਲਾਂ ਕਮੈਂਟ ਕੀ ਹੋਣਾ ਚਾਹੀਦਾ? ਦੇਖੋ ਕੁਲਵੰਤ ਜੀ, ਜਿਹੜਾ ਇਹ IMA ਵਰਸਸ ਬਾਬਾ ਰਾਮਦੇਵ ਵਿਵਾਦ ਹੋਇਆ, ਇਹ ਕਿਸੇ ਨਾ ਕਿਸੇ ਸ਼ਕਲ 'ਚ ਹੋਣਾ ਹੀ ਸੀਗਾ। ਕਿਉਂ ਹੋਣਾ ਸੀਗਾ? ਕਿਉਂਕਿ ਇਸ ਜਿਹੜੀ ਮਹਾਂਮਾਰੀ ਹੈ ਕਰੋਨਾ ਦੀ, ਇਹ ਜਿਹਨੂੰ ਮਹਾਂਮਾਰੀ ਕਹਿੰਦੇ ਹਾਂ, ਉਹਦੇ 'ਚ ਜਿਸ ਢੰਗ ਦੇ ਨਾਲ ਇਹ ਸਾਰਾ ਕੁਝ ਲਾਗੂ ਕੀਤਾ ਜਾ ਰਿਹਾ ਹੈ, ਉਹ ਜਿਹੜਾ ਢੰਗ ਸੀਗਾ ਉਹ ਇੱਦਾਂ ਦਾ ਹੈ ਕਿ ਉਹਦੇ 'ਚ ਉਸ ਢੰਗ ਨੇ ਕਾਮਯਾਬ ਹੋਣਾ ਹੀ ਨਹੀਂ ਸੀਗਾ, ਫੇਲਰ ਹੋਣਾ ਹੀ ਸੀਗਾ। ਅਤੇ ਉਹ ਫੇਲਰ ਜਦੋਂ ਹੁੰਦੀ ਹੈ ਤਾਂ ਫਿਰ ਇੱਦਾਂ ਦੀ ਬਿਆਨਬਾਜ਼ੀ ਫਿਰ ਹੁੰਦੀ ਹੈ। ਉਹ ਕੁਦਰਤੀ ਸੀ, ਐਕਸਪੈਕਟਡ ਸੀ, ਆਸ ਸੀ ਕਿ ਇੱਦਾਂ ਦੀ ਹੋਏਗੀ, ਕਿਉਂਕਿ ਆਯੁਰਵੇਦ ਨੂੰ ਡਿਫਰੈਂਟ ਢੰਗ ਨਾਲ ਡੀਲ ਕਰਦਾ ਇੱਦਾਂ ਦੀ ਸਮੱਸਿਆਵਾਂ ਨੂੰ, ਔਰ ਐਲੋਪੈਥੀ ਜਿਹੜੀ ਹੈ ਉਹ ਡਿਫਰੈਂਟ ਢੰਗ ਨਾਲ ਡੀਲ ਕਰਦੀ ਹੈ। ਲੇਕਿਨ ਜਿਹੜਾ ਇੱਦਾਂ ਦੇ ਢੰਗ ਨਾਲ ਜਿਹੜਾ ਇਹ ਵਿਵਾਦ ਨਹੀਂ ਹੋਣਾ ਚਾਹੀਦਾ, ਸੰਵਾਦ ਹੋਣਾ ਚਾਹੀਦਾ। ਮੈਨੂੰ ਲੱਗਦਾ ਜਿਹੜਾ ਵਿਵਾਦ ਹੋ ਗਿਆ ਨਾ, ਇਹ ਥੋੜ੍ਹੀ ਜਿਹੀ ਬਦਕਿਸਮਤੀ ਦੀ ਗੱਲ ਹੈ। ਕਿਉਂਕਿ ਦੇਖੋ, ਮੈਂ ਐਲੋਪੈਥੀ ਦਾ ਡਾਕਟਰ ਹਾਂ, ਮੈਂ ਤਾਂ 2 MDਆਂ ਕੀਤੀਆਂ ਹੋਈਆਂ ਨੇ ਅਤੇ ਮੈਂ ਸਾਰੀ ਉਮਰ ਜਿਹੜੀ ਹੈ ਉਹ ਐਲੋਪੈਥਿਕ ਮੈਡੀਸਨ ਬਾਈ ਐਂਡ ਲਾਰਜ ਜ਼ਿਆਦਾ ਮੈਂ ਐਲੋਪੈਥੀ ਦੀ ਮੈਡੀਸਨ ਪ੍ਰੈਕਟਿਸ ਕਰਦਾ ਰਿਹਾ। ਲੇਕਿਨ ਮੈਂ ਸ਼ੁਰੂ ਤੋਂ ਹੀ ਆਯੁਰਵੇਦ ਦਾ ਫੈਨ ਰਿਹਾ, ਮੈਂ MBBS ਡੇਜ਼ ਤੋਂ ਹੀ, ਹੁਣ ਅੱਜ ਦਾ ਨਹੀਂ ਕੋਈ। ਮੈਂ ਇਹਨੂੰ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਹੈ
होम्योपैथी के डॉक्टर भी मेरे हमेशा दोस्त रहे और मैं जो कोई मेरे पेशेंट मेरे को फस जाता सीगा जिहड़ा कि मैं कुछ नहीं सी कर सकदा, तो मैनूं अज भी याद है मैं अपने अर्ली डेज तो लैके होम्योपैथी के डॉक्टरों की भी हैल्प लैंदा हुंदा सीगा। और एक बीमारी मैनूं खास करके याद है बच्चों दी टॉन्सल्स। हुण बच्चों की टॉन्सल्स ने प्रति मैनूं शुरू च समझ आ गई कि ये बच्चों की टॉन्सल नूं कड्ढना जिहड़ा है बहुत वड्डा पाप है। लेकिन एलोपैथी वाले डॉक्टर जी ENT वाले जाके पुछो उहदे कोल बच्चा चला जाए तो सब तो पहला गल ये करते हो कि टॉन्सल कढ़ा लो, ऑपरेशन करा लो। वो मैं दसदा तुहानूं पाप है, बहुत बड़ा पाप है ये। जदों मैनूं तां गल जदों मैं जॉब च आया तो मैनूं उदों तक समझ आ चुकी सी ऑलरेडी, क्योंकि मेरी पर्सनल तौर पर भी टॉन्सलैक्टमी हो गई सी +2 च। जदों मैं +2 च पढ़दा सीगा तो मेरियां ਜਿਹੜੇ टॉन्सल ਕੱਢਤੀਆਂ सी डॉक्टर ने, मैनूं तकलीफ रहिंदी सी तो मैं जो दिखाउण गया CMC लुधियाने उन्होंने सीधा मेरा ऑपरेशन करता। जो खामियाजा मैं वह अज तक भुगतदा वो मैनूं पता है, वो विस्तार च नहीं जाते आपां। कुदरत ने साडे गेट के उपर साडा वो गेट है, गेट वे आ रहा गेट भी नहीं है, क्योंकि साह प्रणाली का भी गेट उही है तो फूड प्रणाली का भी गेट उही है। सो साडा साझा गेट है भोजन का तो हवा का, जिहदे पर 2 बड़े बड़े जरनैल फौजी खड़ाए हैं भी तुसीं खड़ो इत्थे, ध्यान रखियो भी कोई गलत मलत चीज़ अंदर ना जाए, अंदर जाए तो सिर सुनिया देना सानू। तो वो जिहड़े फौजी सीगे सारे वो असीं कढ के बाहर मारते हैं टॉन्सल्स। और मैनूं हौली हौली समझ आ गई जिहड़ी है वो बहुत जल्दी समझ आ गई सी कि असल च टॉन्सल जिम्मेवार ही नहीं है। जिम्मेवार की है जिहड़े साइनस साडे आले दुआले हुंदे हैं उहदे च जिहड़ा रेशा इकट्ठा हो जाता है, जिहड़ी मिट्टी कुट्टी उड़ इकट्ठा हो जाता है, वो जो पिछे गिरदा रहिंदा है तो साढ़े को, क्योंकि उन्होंने साइनस नूं क्लीयर करने का सिस्टम जिहड़ा है वो बहुत वधिया नहीं हैगा। वो साडे उस करके जदों भी असीं लेटदे हां पोजीशन बदलदे हां तो जिहड़ी साइनस के अंदर इन्फैक्शन हो जाती है वो पिछे गिरदी है जदों, तो वो टॉन्सल उहदे लई वो फौजी जिहड़ा बड्डा हुंदा उन्होंने हैंडल करने लई बड्डा हुंदा, वो अपने आप नूं बड्डा करदा है। तो वो इस करके बड्डा करदा है कि उहदे अंदर वो जिहड़े कीटाणु जाण की कोशिश कर रहे हैं जिहड़े उहदे फेफड़िਆਂ नूं नुकसान पहुँचा सकते हैं, तो इस करके बड़े होंगे हैं। बड़े होना कोई माड़ी गल नहीं है, लेकिन अन्य कई बार लोड़ तो वध बड़े हो जाते हैं या फिर वो दुखण लग जाते हैं तो वो एक गल अलग है। तो वो मैंने शुरू तो समझ आ गई सी, आपां जिहड़ी गल कर रहे सी वापस उत्थे आईए कि वो जदों मैनूं समझ आ गई सी तो मैं शुरू तो ही ये गल तैयार कर ली सी भी मैं बच्चों की टॉन्सलैक्टमी नहीं होण देनी, क्योंकि मेरे हिसाब नाल गलत है। और मैनूं कुलवंत जी याद है अज तक मैं मेरे हत्थों जिहड़ा बच्चा मेरे कोल आ गया मैं उसदी टॉन्सल ठीक कीतियां, मैं पुट्ठा लड़किया सीधा लड़किया होम्योपैथी वाले हो गया, आयुर्वेदिक वाले हो गया, कोई बड़ा कुछ पढ़िया पढ़ाया, मैं बड़े टुट कोट के दिंदा सी मरीज़ां नूं, बड़ा कुछ कहंदा सी और बच्चे ठीक हो जाते सी। और मैनूं अज तक याद है कि मैं किसी बच्चे की टॉन्सलैक्टमी नहीं होण दित्ती, जो मैनूं शुरू तो शौक सीगा बाकी पैथीज़ नूं इंटैग्रेट करन दा। हुण ये जिहड़ी गल है ये किद्दां मैं सीखी, क्योंकि मेरे मन च कोई उहदा विरोध नहीं सीगा कि मेरी जिहड़ी मैडिकल साइंस है कोई वो विरोधी है दूजी चीज़ की, क्यों विरोधी है भी नहीं, क्योंकि साडा मकसद की है डॉक्टरी का मकसद की है, असी हीलर हाँ, असी हीलर हाँ, हीलिंग साडा काम है ठीक करना। हीलर का काम की है कि हीलर नूं कोई भी टूल जिन्ने ज़्यादा साडे कोल टूल होणगे उन्ने असी खुश होने चाहिए हैं कि मेरे को ठीक करने 4 टूल ने, मैनूं कोई एक टूल होर दे गया 5वां तो मैनूं खुश होना चाहिए कि नाराज़ होना चाहिए कि मैं अपने आप नूं जोड़ लिया भी 4 टूल तो मेरे ने 5वां किसी होर दा, अब ये तो फिर मेरी मूर्खता, मैं इस करके किसी होर दा मैं नहीं लैंदा। अज हालत हो चुकी है और ये अज की हालत नहीं है, यदि इतिहास पिया कुलवंत जी बहुत लंबा इतिहास है। जदों अंग्रेज़ आए क्योंकि वो व्यापार एलोपैथी के राही करते थे, एलोपैथी नूं व्यापार बनाना चाहते थे, आयुर्वेदिक नूं व्यापार वो बना नहीं सी सकते क्योंकि आयुर्वेद साडे घर घर दे विच वसिया हुआ सीगा। ते आयुर्वेदिक नूं छोटे छोटे जिहड़े साडे पंसारी सीगे, साडे छोटे छोटे जिहड़े मैਨੂਫੈਕਚਰਰ सीगे वो कंट्रोल करते थे। तो जो इन्हों दी कंपनियां नूं आयुर्वेद का समझ बहुत आया नहीं, हालांकि हुण तां वड्डियां वड्डियां कंपनियां आयुर्वेद हैगियां ने, ये नहीं हैगियां, लेकिन उदों उन्होंने समझ नहीं आई। तो उन्होंने क्योंकि व्यापार कल्ला एलोपैथी नूं बनाउणा सीगा, उन्होंने सिस्टमैटिकली आयुर्वेद नूं किल कीता। और 200 साल की लंबी हिस्टरी है जिहदे च आयुर्वेद नूं किल किया गया। उदों तक कोई IMA नहीं बोली, उदों तक कोई शोर शराबा नहीं पिया। अज IMA कहती है कि बाबे रामदेव ने एलोपैथी से अटैक करता, क्रिटिसाइज करता उन्होंने, तो बाबा रामदेव ने बड़ा क्राइम कर लिया। लेकिन 200 साल तो आयुर्वेद जो अटैक हो रहा वह कौन जिम्मेवार है? और अटैक ही नहीं हो रहा कला, आयुर्वेद को सिस्टमैटिकली किल किया गया, आयुर्वेदिक के प्रैक्टिशनर्स को बैन किया गया, आयुर्वेद के प्रैक्टिशनर जेलों च पाया गया।
ਐਪੀਡੈਮਿਕਸ ਦੇ ਵਿੱਚ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਕਿ ਤੁਸੀਂ ਨਹੀਂ ਕਰ ਸਕਦੇ, ਔਰ ਉਹਨੂੰ ਕੈਦ ਕੀਤੇ ਗਏ ਉਹ ਬੰਦੇ, ਔਰ ਉਹਨੂੰ ਝੋਲਾ ਛਾਪ ਕਿਹਾ ਗਿਆ। ਇਹ ਇੱਕ ਲੰਬਾ ਇਤਿਹਾਸ ਪਿਆ ਹੈ ਆਯੁਰਵੇਦ ਦਾ। ਇਸ ਕਰਕੇ ਹਾਂ ਠੀਕ ਹੈ, ਸਵਾਮੀ ਰਾਮਦੇਵ ਨੇ ਜਿਸ ਢੰਗ ਨਾਲ ਕਿਹਾ ਉਹ ਢੰਗ ਬੜਾ ਅਫੈਂਡਿੰਗ ਲੱਗਿਆ ਡਾਕਟਰਾਂ ਨੂੰ। ਉਹ ਕਹਿਣ ਦਾ ਢੰਗ ਕਈ ਵਾਰੀ ਗਲਤ ਹੁੰਦਾ, ਉਹਨੂੰ ਮੈਂ ਬਿਲਕੁਲ ਸਪੋਰਟ ਨਹੀਂ ਕਰਦਾ। ਨਾ ਤਾਂ ਮੈਂ ਸਵਾਮੀ ਰਾਮਦੇਵ ਦੇ ਢੰਗ ਨੂੰ ਸਪੋਰਟ ਕਰਦਾ, ਅਤੇ ਨਾ ਜਿਸ ਢੰਗ ਨਾਲ ਉਹਨੇ ਆਯੁਰਵੇਦ ਨੂੰ ਕਮਰਸ਼ਲਾਈਜ਼ ਕੀਤਾ, ਨਾ ਮੈਂ ਉਹਨੂੰ ਸਪੋਰਟ ਕਰਦਾ। ਕਿ ਉਹਨੇ ਆਯੁਰਵੇਦਿਕ ਪੱਧਤੀ ਹੈ, ਇੱਕ ਮੈਥਡ ਆਫ ਜਿਹਨੂੰ ਕਹਿੰਦੇ ਸਿਹਤ ਦਾ ਵਿਗਿਆਨ ਹੈ, ਉਹ ਸਿਹਤ ਨੂੰ ਸਮਝਣ ਦਾ। ਐਲੋਪੈਥੀ ਇੱਕ ਤਰ੍ਹਾਂ ਸਮਝਦੀ ਹੈ ਸਿਹਤ ਨੂੰ, ਆਯੁਰਵੇਦ ਦੂਸਰੀ ਤਰ੍ਹਾਂ ਸਮਝਦਾ। ਅਤੇ ਆਯੁਰਵੇਦ ਦਾ ਜਸਟ ਛੋਟਾ ਜਿਹਾ ਹਿੱਸਾ ਹੈ ਆਯੁਰਵੇਦਿਕ ਡਰੱਗਸ, ਬਹੁਤ ਛੋਟਾ ਹਿੱਸਾ ਹੈ। ਹਾਲਾਂਕਿ ਬਾਬਾ ਰਾਮਦੇਵ ਪਹਿਲਾਂ ਯੋਗ ਗੁਰੂ ਸੀਗਾ, ਪਹਿਲਾਂ ਯੋਗ ਦਾ ਹੀ ਜ਼ਿਆਦਾ ਕਰਦਾ ਸੀਗਾ। ਜਿਹੜਾ ਉਹਨੇ ਸ਼ੁਰੂ ਕੀਤਾ, ਜਦੋਂ ਯੋਗ ਕੀਤਾ, ਮੈਂ ਬਾਬਾ ਰਾਮਦੇਵ ਦਾ ਬਹੁਤ ਲੰਬਾ ਸਮਾਂ ਫੈਨ ਰਿਹਾ ਯੋਗ ਕਰਕੇ, ਕਿ ਯੋਗ ਜਿਹੜਾ ਹੈ ਬੰਦੇ ਨੂੰ ਹੈਲਦੀ ਕਰਦਾ। ਅਤੇ ਮੈਂ ਯੋਗ ਸਿੱਖਿਆ, ਫਿਰ ਮੈਂ ਯੋਗਾ ਟੀਚਰ ਰਿਹਾ, ਤਾਂ ਪੂਰੀ ਲੰਬੀ ਇੱਕ ਹਿਸਟਰੀ ਹੈ। ਲੇਕਿਨ ਬਾਅਦ 'ਚ ਹੌਲੀ ਹੌਲੀ ਕੀ ਹੋਇਆ ਕਿ ਉਹਨੂੰ ਐਸੀ ਇੱਕ ਲੱਤ ਲੱਗੀ ਅਮੀਰ ਹੋਣ ਦੀ, ਕਿ ਉਹਨੇ ਜਾ ਕੇ ਸਾਰਾ ਉਹ ਕਮਰਸ਼ਲਾਈਜ਼ ਕਰਕੇ, ਅਤੇ ਹੁਣ ਉਹ ਜਿਹੜਾ ਜਿਹਦੇ 'ਤੇ ਲੋਕਾਂ ਨੁਕਤਾਚੀਨੀ ਕਰਦੇ ਆ, ਉਹ ਮੈਂ ਵੀ ਉਸ ਹੱਕ 'ਚ ਨਹੀਂ ਹਾਂ ਕਿ ਜਿਵੇਂ ਉਹਨੇ ਕਰੋਨਾ ਦੀ ਦਵਾਈ ਲੈ ਕੇ ਕਮਰਸ਼ਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹਦੀ ਕੀ ਲੋੜ ਹੈ? ਲੋਕਾਂ ਨੂੰ ਕਹੋ ਵੀ ਆਹ ਚੀਜ਼ਾਂ ਜਿਹੜੀਆਂ ਤੁਸੀਂ ਲਓ, ਪਰ ਸਾਰੀ ਤੋਂ ਲਓ, ਕਿਸੇ ਤੋਂ ਲਓ, ਆਹ ਤੁਹਾਨੂੰ ਬਚਣੋ, ਉਹੀ ਚੀਜ਼ਾਂ ਨੇ। ਉਹਦੇ 'ਚ ਕੋਰੋਨਲ 'ਚ ਕੀ ਖਾਸ ਉਹਨੇ ਚੰਦਰਮਾ ਤੋਂ ਲੈ ਕੇ ਕੁਛ ਪਾਤਾ? ਐਸਾ ਤਾਂ ਕੁਛ ਵੀ ਨਹੀਂ ਹੈ। ਉਹੀ 4-5 ਬੂਟੀਆਂ ਜਿਹੜੀਆਂ ਆਮ ਮਿਲਦੀਆਂ ਨੇ, ਅਤੇ ਉਹਨੂੰ ਕਹਿਣਾ ਚਾਹੀਦਾ ਭਾਈ ਵੀ ਇਹਦਾ ਕਾੜਾ ਬਣਾ ਕੇ ਪੀ ਲਿਆ ਕਰੋ, ਬਜਾਏ ਕਿ 400 ਰੁਪਏ ਦੀ ਉਹਦੀ ਦਵਾਈ ਖਰੀਦੋ। ਤਾਂ ਉਸ ਗੱਲ ਦੇ ਮੈਂ ਬਿਲਕੁਲ ਸਪੋਰਟ 'ਚ ਨਹੀਂ ਹਾਂ। ਲੇਕਿਨ ਓਵਰਆਲ ਜੇ ਅਗਰ ਦੇਖਿਆ ਜਾਵੇ ਆਪਾਂ, ਤਾਂ ਆਯੁਰਵੇਦ ਦਾ ਜਿਹੜਾ ਸਰਵਾਈਵਲ ਦਾ ਮਸਲਾ ਹੈ, ਉਹ ਬਹੁਤ ਪੁਰਾਣਾ ਹੈ। ਔਰ ਅੱਜ ਵੀ ਜਿਹੜਾ ਮੈਨੂੰ ਇਤਰਾਜ਼ ਹੈ ਕਿ ਸਵਾਮੀ ਰਾਮਦੇਵ ਦੇ ਬਹਾਨੇ ਆਯੁਰਵੇਦ ਨੂੰ ਡਾਊਨਗ੍ਰੇਡ ਕੀਤਾ ਜਾ ਰਿਹਾ। ਇਹ ਗੱਲ ਜਿਹੜੀ ਇਹ ਬਰਦਾਸ਼ਤਯੋਗ ਨਹੀਂ ਹੈ, ਕਿਉਂਕਿ ਵਾਇਰਸਿਸ ਨੂੰ ਡੀਲ ਕਰਨ ਵਾਸਤੇ ਆਯੁਰਵੇਦ 100 ਗੁਣਾ ਜ਼ਿਆਦਾ ਚੰਗਾ ਹੈ ਐਲੋਪੈਥੀ ਦੇ ਨਾਲ। ਐਲੋਪੈਥੀ ਨੂੰ ਸਮਝ ਹੀ ਕੋਈ ਨਹੀਂ ਹੈ ਵਾਇਰਸ ਨੂੰ ਡੀਲ ਕਰਨ ਦੀ। ਜੋ ਕਰ ਰਹੇ हैं, ਜੋ ਪ੍ਰੋਟੋਕੋਲ WHO ਦਾ ISMR ਦਾ ਪ੍ਰੋਟੋਕੋਲ ਹੈ, ਬਹੁਤ ਹੀ ਨਿਖਿੱਧ ਪ੍ਰੋਟੋਕੋਲ ਹੈ। ਔਰ ਆਪਾਂ ਜਿਹੜੀ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਕਿ ਜੋ ਕੀਤਾ ਜਾ ਰਿਹਾ ਉਹ ਸਾਰੇ ਦਾ ਸਾਰਾ ਉਲਟਾ ਬਿਮਾਰ ਕਰ ਰਿਹਾ, ਉਹ ਠੀਕ ਨਹੀਂ ਕਰ ਰਿਹਾ। ਚਾਹੇ ਉਹ ਜ਼ਿਆਦਾ ਗਲੂਕੋਸ ਦੇਣੀ ਹੈ, ਚਾਹੇ ਉਹ ਜ਼ਿਆਦਾ ਆਕਸੀਜਨ ਦੇਣੀ ਹੈ, ਚਾਹੇ ਉਹ ਐਂਟੀਬਾਇਓਟਿਕਸ ਦੇਣੇ ਹੈ, ਚਾਹੇ ਉਹ ਜਿਹੜੀਆਂ ਟੌਕਸਿਕ ਡਰੱਗਸ ਦੇਣੀਆਂ ਨੇ, ਚਾਹੇ ਉਹ ਵੈਕਸੀਨੇਸ਼ਨ ਹੈ। ਇਹ ਐਲੋਪੈਥੀ ਦੀ ਕਿਸੇ ਵੀ ਸਮਝ ਨਾਲ ਮੈਂ ਜਿਹੜੀ ਸਮਝ ਹੈ, ਮੇਰੀ ਸਮਝ ਕੋਈ ਆਯੁਰਵੈਦਿਕ ਦੀ ਸਮਝ ਨਹੀਂ ਹੈ। ਮੈਂ ਤਾਂ ਆਯੁਰਵੇਦ ਦਾ ਬੰਦਾ ਨਹੀਂ ਹਾਂ, ਮੇਰੀ ਸਮਝ ਤਾਂ ਐਲੋਪੈਥੀ ਦੀ ਹੈ। ਲੇਕਿਨ ਐਲੋਪੈਥੀ ਦੀ ਮੇਰੀ ਸਮਝ ਵੀ ਇਹ ਕਹਿੰਦੀ ਹੈ ਕਿ ਇਹ ਪ੍ਰੋਟੋਕੋਲ ਗਲਤ ਹੈ। ਮੈਂ ਆਯੁਰਵੈਦਿਕ ਦੇ ਪੁਆਇੰਟ ਆਫ ਵਿਊ ਨਹੀਂ ਬੋਲ ਰਿਹਾ, ਕਿਉਂਕਿ ਮੇਰੇ ਜਿਹੜੀ ਮੈਂ ਐਲੋਪੈਥੀ ਦੀ ਸਾਇੰਸ ਪੜ੍ਹੀ ਹੈ, ਐਪੀਡੈਮੀਓਲੋਜੀ ਦੀ। ਮੈਂ ਕਮਿਊਨਿਟੀ ਮੈਡੀਸਨ ਦਾ ਬੰਦਾ, ਮੈਂ ਇੱਕ ਐਪੀਡੈਮੀਓਲੋਜਿਸਟ ਹਾਂ। ਮੈਨੂੰ ਜਿਹੜੀ ਐਪੀਡੈਮੀਓਲੋਜੀ ਸਾਇੰਸ ਸਮਝ ਆਈ ਹੈ, ਉਹ ਐਲੋਪੈਥੀ ਦੀ ਵੀ ਸਾਇੰਸ ਹੈ। ਤਾਂ ਮੈਨੂੰ ਕੋਈ ਬੰਦਾ ਕਹੇ ਕਿ ਮੈਂ ਆਯੁਰਵੇਦ ਦੇ ਸਵਾਮੀ ਰਾਮਦੇਵ ਦੇ ਬਿਹਾਫ 'ਤੇ ਬੋਲ ਰਿਹਾ, ਐਸਾ ਕੋਈ ਕਹਿ ਨਹੀਂ ਸਕਦਾ, ਕਿਉਂਕਿ ਮੈਨੂੰ ਤਾਂ ਆਯੁਰਵੇਦ ਦਾ ਸਮਝ ਨਹੀਂ ਹੈ ਬਹੁਤੀ। ਮੈਨੂੰ ਤਾਂ ਸਮਝ ਜਿਹੜੀ ਐਪੀਡੈਮੀਓਲੋਜੀ ਦੀ ਹੈ। ਮੈਨੂੰ ਜਿਹੜੀ ਐਪੀਡੈਮੀਓਲੋਜੀ ਸਮਝ ਆਈ ਹੈ, ਉਹ ਸਮਝ ਦੇ ਅਕੋਰਡਿੰਗਲੀ ਵੀ ਜਿਹੜਾ WHO ਦਾ ਜਿਹੜਾ ਪ੍ਰੋਟੋਕੋਲ ਹੈ, ਉਹ ਚਾਹੇ ਤਾਂ ਉਹ ਸਮਾਜ 'ਚ ਲਾਗੂ ਹੋ ਰਿਹਾ ਇਨ ਦਾ ਫਾਰਮ ਆਫ ਮਾਸਕ, ਸੋਸ਼ਲ ਡਿਸਟੈਂਸਿੰਗ, ਜਾਂ ਤੁਹਾਡਾ ਲੋਕਡਾਊਨ, ਜਾਂ ਨਾ ਤਾਂ ਉਹ ਕਿਸੇ ਕੰਮ ਆ ਰਿਹਾ ਡਿਜ਼ੀਜ਼ ਨਾਲ ਲੜਨ ਲਈ, ਅਤੇ ਨਾ ਜੋ ਹਸਪਤਾਲਾਂ 'ਚ ਪ੍ਰੋਟੋਕੋਲ ਯੂਜ਼ ਕੀਤਾ ਜਾ ਰਿਹਾ WHO ICMR ਦਾ, ਉਹ ਕਿਸੇ ਕੰਮ ਆ ਰਿਹਾ। ਅਤੇ ਇਸ ਕਰਕੇ ਜੋ ਸਵਾਮੀ ਰਾਮਦੇਵ ਨੇ ਕਿਹਾ ਹੈ, ਉਹ ਕੋਈ ਗਲਤ ਨਹੀਂ ਕਿਹਾ। ਸਵਾਮੀ ਰਾਮਦੇਵ ਨੇ ਜੋ ਇਤਰਾਜ਼ ਕੀਤੇ ਹੈ ਕਿ ਤੁਹਾਡੇ ਕੋਲ ਤੁਹਾਡਾ ਜਿਹੜਾ ਪ੍ਰੋਟੋਕੋਲ ਹੈ ਠੀਕ ਨਹੀਂ ਹੈ, ਅਤੇ ਇਹਦੇ 'ਚ ਆਯੁਰਵੇਦ ਦਾ ਪ੍ਰੋਟੋਕੋਲ ਜ਼ਿਆਦਾ ਬੈਟਰ ਹੈ, ਉਹਦੇ ਨਾਲ ਮੈਂ ਸਹਿਮਤ ਹਾਂ ਪੂਰਾ। ਲੇਕਿਨ ਇਹਦੇ 'ਚ ਇਹ ਤਰੀਕਾ ਨਹੀਂ ਹੈ। ਇਹ ਲੜਾਈ ਕੋਈ ਮਸਲੇ ਦਾ ਹੱਲ ਨਹੀਂ ਹੈ, ਕਿਉਂਕਿ ਐਲੋਪੈਥੀ ਵੰਡਰਫੁਲ ਸਾਇੰਸ ਹੈ। ਐਲੋਪੈਥੀ ਨੇ ਇੰਨੀਆਂ ਕਮਾਲ ਦੀਆਂ ਡਿਵੈਲਪਮੈਂਟਸ ਹੋਈਆਂ ਨੇ ਪਿਛਲੇ 50-100 ਸਾਲ 'ਚ, ਕਿ ਫਾਰ ਐਗਜ਼ਾਮਪਲ ਆਈ ਸਰਜਰੀ ਹੈ, ਬੋਨ ਆਰਥੋਪੈਡਿਕਸ ਹੈ, ਡੈਂਟਿਸਟਰੀ ਹੈ, ऐसियाँ वंडरफुल डेवलपमेंट्स हुई ਉਹਦੇ ਅੰਦਰ। सर्जरी है, इंटेंसिव केयर है, स्नेक बाइट है। तो ऐसी वंडरफुल ਜਿਹੜੀ ਐਲੋਪੈਥੀ ਇਜ਼ ए वंडरफुल ਸਾਇੰਸ। ਅਸਾਂ ਆਪਾਂ ਦੋ ਗੱਲਾਂ ਨੂੰ ਕਨਫਿਊਜ਼ ਨਾ ਕਰੀਏ। ਸਾਇੰਸ ਐਲੋਪੈਥੀ ਦੀ ਇੱਕ ਚੀਜ਼ ਹੈ, ਲੇਕਿਨ WHO ਨੂੰ ਫਰੰਟ 'ਤੇ ਕਰਕੇ ਜਿਹੜੀਆਂ ਫਾਰਮਾ ਕੰਪਨੀਆਂ ਇੱਕ ਪੋਲੀਟਿਕਸ ਕਰ ਰਹੀਆਂ ਨੇ, ਉਹ ਅਲੱਗ ਚੀਜ਼ ਹੈ। ਉਹ ਵਲਗਰਾਈਜ਼ਡ ਫਾਰਮ ਹੈ ਐਲੋਪੈਥੀ ਦੀ। ਉਹ ਇੱਕ ਜਿਹਨੂੰ ਕਹਿੰਦੇ ਆ ਹਾਈਜੈਕ ਕੀਤੀ ਹੋਈ ਫਾਰਮ ਹੈ। ਇਹਨਾਂ ਨੇ ਹਾਈਜੈਕ ਕਰ ਲਈ ਐਲੋਪੈਥੀ ਤਾਂ ਸਾਇੰਟਿਸਟਾਂ ਦੇ ਹੱਥ 'ਚ ਹੋਣੀ ਚਾਹੀਦੀ ਸੀਗੀ, ਲੇਕਿਨ ਆ ਗਈ ਹੱਥ ਪੋਲੀਟੀਸ਼ੀਅਨਾਂ ਦੇ। ਤਾਂ ਉਹਨਾਂ ਨੇ ਕੀ ਕੀਤਾ, ਫਾਰਮਾ ਕੰਪਨੀਆਂ ਨੇ ਆਪਣੇ ਧੰਦੇਬਾਜ਼ੀ ਨੂੰ ਪ੍ਰਮੋਟ ਕਰਨ ਵਾਸਤੇ, ਬਾਕੀ ਸਿਸਟਮ ਨੂੰ ਵੱਧ ਤੋਂ ਵੱਧ ਡੈਮੇਜ ਕਰਨ ਵਾਸਤੇ ਇੱਕ ਖਾਸ ਕਿਸਮ ਦਾ ਪ੍ਰੋਟੋਕੋਲ ਲੈ ਕੇ ਆਉਂਦੀਆਂ ਨੇ ਉਹ, ਅਤੇ ਫਿਰ ਉਹਨੂੰ ਧੱਕੇ ਨਾਲ ਲਾਗੂ ਕਰਾਉਂਦੀਆਂ ਨੇ।
ਫਾਰਮਾ ਕੰਪਨੀਆਂ ਦੇ ਬਿਹਾਫ 'ਤੇ WHO ਜਾਂ ਈਵਨ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਨੇ IMF ਵਰਲਡ ਬੈਂਕ ਵਰਗੀਆਂ ਉਹ ਉਹਨਾਂ ਦੇ ਬੈਕ 'ਤੇ ਖੜੀਆਂ ਨੇ ਅਤੇ ਉਹ ਫਾਰਮਾ ਕੰਪਨੀਆਂ ਦੀ ਬੋਲੀ ਬੋਲ ਰਹੀਆਂ ਨੇ। ਹੁਣ ਫਾਰਮਾ ਕੰਪਨੀਆਂ ਐਲੋਪੈਥੀ ਨਹੀਂ ਹੈ, ਉਹ ਐਲੋਪੈਥੀ ਦੀ ਵਲਗਰਾਈਜ਼ਡ ਫਾਰਮ ਹੈ ਕਿ ਤੁਸੀਂ ਦਵਾਈਆਂ ਦੇ ਕੇ ਇਕੱਲੇ ਸਿਹਤਮੰਦ ਰਹਿ ਸਕਦੇ ਹੋ। ਜਿਹੜੀ ਐਲੋਪੈਥੀ ਹੈ ਉਹ ਤਾਂ ਸਾਇੰਸ ਨੂੰ ਸਮਝਦੀ ਹੈ, ਉਹ ਬਾਡੀ ਜਿੰਨੀ ਫਿਜ਼ੀਓਲੋਜੀ ਨੂੰ ਸਮਝਣ 'ਚ ਐਲੋਪੈਥੀ ਨੇ ਗਹਿਰਾਈ ਅਪਣਾਈ ਹੈ, ਉਹ ਆਯੁਰਵੇਦ 'ਚ ਉਨੀ ਗਹਿਰਾਈ ਹੋ ਸਕਦਾ ਨਾ ਹੋਵੇ ਮਾਡਰਨ ਐਂਗਲ ਤੋਂ। ਉਹ ਗਹਿਰਾਈ ਹੈ ਵੀ ਹੈ ਤਾਂ ਡਿਫਰੈਂਟ ਸ਼ਕਲ 'ਚ ਹੈ, ਜਿਹੜੀ ਕਿ ਅੱਜ ਦੇ ਮਾਡਰਨ ਮੈਨ ਨੂੰ ਸਮਝ ਨਹੀਂ ਆ ਸਕਦੀ। ਤਾਂ ਮੈਨੂੰ ਤਾਂ ਜਿਹੜੀ ਸਮਝ ਆਈ ਉਹਦਾ ਐਲੋਪੈਥੀ ਦੇ ਥਰੂ ਹੀ ਆਈ ਕਿ ਵੀ ਇਹ ਜਿਹੜੀ ਜੋ ਕੁਛ ਕੀਤਾ ਜਾ ਰਿਹਾ ਇਹ ਠੀਕ ਨਹੀਂ ਹੈ। ਅਤੇ ਸਾਨੂੰ ਇੱਕੋ ਹੀ ਤਰੀਕਾ ਸਾਨੂੰ ਮਰੀਜ਼ਾਂ ਨੂੰ ਬਚਾਉਣ ਦਾ, ਸਮਾਜ ਨੂੰ ਬਚਾਉਣ ਦਾ, ਉਹ ਹੈ ਇਮਿਊਨਿਟੀ, ਕਿ ਬੰਦੇ ਦੀ ਸਿਹਤ ਠੀਕ ਹੋਣੀ ਚਾਹੀਦੀ ਹੈ। ਅਤੇ ਉਹ 'ਚ ਹੋਲਿਸਟਿਕ ਅਪਰੋਚ ਜਿਹੜੀ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਹੋਲਿਸਟਿਕ ਪਹੁੰਚ ਚਾਹੀਦੀ ਹੈ, ਕਿ ਸਾਨੂੰ ਡਾਈਟ ਵੀ ਅੱਛੀ ਲੈਣੀ ਚਾਹੀਦੀ ਹੈ, ਸਾਨੂੰ ਖੇਤੀ ਵੀ ਅੱਛੀ ਕਰਨੀ ਚਾਹੀਦੀ ਹੈ, ਉਹਦੇ 'ਚ ਡਾਈਟ ਅੱਛੀ ਪੈਦਾ ਹੋਵੇ। ਫਿਰ ਸਾਨੂੰ ਜਿਹੜਾ ਹੈ ਮੈਡੀਸਨਲ ਪਲਾਂਟਸ ਦੀ ਵੀ ਯੂਜ਼ ਕਰਨਾ ਚਾਹੀਦਾ। ਸਾਡੇ ਘਰਾਂ 'ਚ ਮੈਡੀਸਨਲ ਪਲਾਂਟਸ ਨੇ, ਉਹ ਕੋਈ ਐਲੋਪੈਥੀ ਦੇ ਨਹੀਂ ਹੈਗੇ ਜਾਂ ਕਿਸੇ ਆਯੁਰਵੈਦਿਕ ਦੇ ਨਹੀਂ ਹੈਗੇ, ਉਹ ਤਾਂ ਸਾਡੇ ਪੁਰਖਿਆਂ ਨੇ ਲਿਆਂਦੇ ਸੀਗੇ, ਸਾਡੀਆਂ ਦਾਦੀਆਂ ਨਾਨਕੀਆਂ ਨੇ ਸਾਨੂੰ ਗਾਂ ਅੱਗੇ ਦੇ ਅੱਗੇ ਪੁੱਛਦਾ ਪੁੱਛ ਸਿੱਖੇ ਆ। ਉਹਨੂੰ ਤੁਸੀਂ ਆਯੁਰਵੈਦਿਕ ਦੇ ਕਹਿ ਲਓ, ਕੁਛ ਕਹਿ ਲਓ, ਉਹ ਵੀ ਵਰਤਣੇ ਚਾਹੀਦੇ ਆ। ਫਿਰ ਫਿਜ਼ੀਕਲ ਐਕਸਰਸਾਈਜ਼ ਅਤੇ ਉਹ ਵੀ ਕਰਨਾ ਚਾਹੀਦਾ। ਫਿਰ ਮਾਈਂਡ ਮੈਨੇਜਮੈਂਟ, ਮਾਈਂਡ ਦੇ ਉੱਪਰ ਜਿੰਨਾ ਐਲੋਪੈਥੀ 'ਚ ਵਧੀਆ ਕੰਮ ਹੋਇਆ ਵਾ, ਜਿੰਨਾ ਮਾਡਰਨ ਸਾਇੰਸ 'ਚ ਵਧੀਆ ਕੰਮ ਹੋਇਆ ਸਾਈਕੋਲੋਜੀ ਦੇ ਉੱਪਰ, ਉਹ ਖੁਦ ਕਹਿ ਰਿਹਾ। ਹੁਣ ਐਲੋਪੈਥੀ ਜਿਹੜੀ ਡਰਾ ਰਹੀ ਹੈ, ਐਲੋਪੈਥੀ ਦੇ ਨਾਂ 'ਤੇ ਜਿਵੇਂ ਲੋਕਾਂ ਨੂੰ ਪੈਰਲ, ਇਹ ਤਾਂ ਕੋਈ ਮਾਡਰਨ ਮੈਡੀਕਲ ਸਾਇੰਸ ਨਹੀਂ ਕਹਿੰਦੀ। ਮਾਡਰਨ ਮੈਡੀਕਲ ਸਾਇੰਸ ਤਾਂ ਕਹਿੰਦੀ ਹੈ ਕਿ ਜਿੰਨਾ ਬੰਦਾ ਰਿਲੈਕਸਡ ਹੋਏਗਾ, ਜਿੰਨਾ ਖੁਸ਼ ਹੋਏਗਾ, ਉਨੀ ਉਹਦੀ ਇਮਿਊਨਿਟੀ ਅੱਛੀ ਹੋਏਗੀ। ਮਾਡਰਨ ਸਾਇੰਸਿਸ ਕਹਿੰਦੀਆਂ ਨੇ, ਇਹ ਕੋਈ ਆਯੁਰਵੇਦ ਦੀ ਗੱਲ ਕਰੀ ਥੋੜ੍ਹਾ, ਆਯੁਰਵੇਦ ਤਾਂ ਕਹਿੰਦਾ ਹੀ ਹੈ, ਲੇਕਿਨ ਮਾਡਰਨ ਮੈਡੀਕਲ ਸਾਇੰਸ ਵੀ ਇਹਨੂੰ ਸਪੋਰਟ ਕਰਦੀ ਹੈ। ਮਾਡਰਨ ਮੈਡੀਕਲ ਸਾਇੰਸ ਅਤੇ ਮਾਡਰਨ ਜਿਹੜੀ ਸਾਈਕੋਲੋਜੀ ਹੈ ਉਹ ਸਾਰੀ ਸਪੋਰਟ ਕਰਦੀ ਹੈ ਕਿ ਬੰਦਾ ਖੁਸ਼ ਹੋਣਾ ਚਾਹੀਦਾ, ਐਗਜ਼ੂਬਰੈਂਟ ਹੋਣਾ ਚਾਹੀਦਾ, ਹੱਸਣਾ ਚਾਹੀਦਾ, ਗਾਉਣਾ ਚਾਹੀਦਾ, ਨੱਚਣਾ ਚਾਹੀਦਾ। ਇਹਨਾਂ ਨੇ ਕੀਤਾ ਡਰਾ ਕੇ ਤਾੜ ਕੇ ਕਮਰੇ ਤਾੜ ਰੱਖੇ ਬੰਦੇ, ਬਾਹਰ ਨਹੀਂ ਨਿਕਲਣ ਦੇ ਰਹੇ, ਕੋਈ ਕਲੱਬ ਨਹੀਂ ਜਾ ਰਿਹਾ, ਕੋਈ ਬਰਥਡੇ ਨਹੀਂ ਜਾ ਰਿਹਾ, ਕੋਈ ਵਿਆਹ 'ਤੇ ਨਹੀਂ ਜਾ ਰਿਹਾ, ਕੋਈ ਬਾਜ਼ਾਰਾਂ 'ਚ ਨਿਕਲ ਕੇ ਨਹੀਂ, ਕੋਈ ਨੱਚ ਨਹੀਂ ਰਿਹਾ, ਗਾ ਨਹੀਂ ਰਿਹਾ। ਹਾਂ, ਮਰੇ ਤੇ ਨਹੀਂ ਇਕੱਠੇ ਹੋਣ ਦਿੰਦੇ। ਹੋਰ ਤਾਂ ਗੱਲ ਸੋ ਗੱਲ, ਧਾਰਮਿਕ ਸੰਸਥਾਨਾਂ ਦੇ ਇਕੱਠੇ ਨਹੀਂ ਹੋਣ ਦੇ ਰਹੇ। ਸਾਰੇ ਇਮੋਸ਼ਨਸ ਜਿਹੜੇ ਨੇ ਉਹ ਖਤਮ ਹੋ ਗਏ। ਹਾਂ, ਤੁਸੀਂ ਤੁਹਾਨੂੰ ਬਹੁਤ ਡੀਪ ਰੂਟ 'ਤੇ ਜਾ ਕੇ ਤੁਸੀਂ ਸਾਡੇ ਜਿਹਨੂੰ ਕਹਿੰਦੇ ਆ ਤੁਰਤ ਅੰਦਰ ਤੱਕ ਅਟੈਕ ਕਰ ਰਹੇ ਹੋ, ਸਾਡੀ ਆਤਮਾ ਨੂੰ ਮਾਰ ਰਹੇ ਹੋ। ਜਿਹੜੀ ਤੁਹਾਡੀ ਸਾਡੀਆਂ ਸਾਰੀਆਂ ਇਮੋਸ਼ਨਸ ਖਤਮ ਕਰਕੇ, ਸਾਡੇ ਸੋਸ਼ਲ ਰਿਸ਼ਤੇ ਖਤਮ ਕਰਕੇ। ਤੁਸੀਂ ਦੇਖੋ ਘਰਾਂ ਦੇ ਅੰਦਰ ਜਿਹੜਾ ਘਰਾਂ 'ਚ ਕਲੋਜ਼ੈਸਟ ਰਿਲੇਸ਼ਨਸ਼ਿਪ ਇੱਕ ਦੂਜੇ ਨਾਲ, ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ, ਸ਼ੱਕ ਦਾ ਮਾਹੌਲ ਪੈਦਾ ਹੋ ਗਿਆ, ਮੈਨੂੰ ਇੱਥੋਂ ਨਾ ਕਰੋਨਾ ਹੋ ਜਾਏ। ਜੇ ਕਿਸੇ ਨੂੰ ਘਰ 'ਚ ਕਿਸੇ ਨੂੰ ਕਰੋਨਾ ਹੋ ਜਾਂਦਾ ਤਾਂ ਉਹਨੂੰ ਪੁੱਛਣਾ ਬੰਦ ਕਰ ਦਿੰਦੇ ਲੋਕ, ਇੱਕ ਝੂਠ ਦੇ ਸਿਰ 'ਤੇ। ਜਦੋਂ ਕਿ ਫੈਕਟ ਇਹ ਹੈ ਕਿ ਤੁਸੀਂ ਵਾਇਰਸ ਦੀ ਸਪਰੈਡ ਨੂੰ ਰੋਕ ਨਹੀਂ ਸਕਦੇ। ਮੇਰੀ ਐਪੀਡੈਮੀਓਲੋਜੀ ਸਾਇੰਸ ਕਹਿੰਦੀ ਹੈ ਕਿ ਅਸੀਂ ਵਾਇਰਸ ਨੂੰ ਰੋਕ ਨਹੀਂ ਸਕਦੇ। ਇਹ ਤਾਂ ਕੋਈ ਆਯੁਰਵੈਦਿਕ ਨਹੀਂ ਹੈ। ਲੇਕਿਨ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆ ਰਹੀ ਗੱਲ ਕਿ ਕਿੱਥੋਂ ਲਿਆਇਆ ਇਹ ਸਮਝ ਕਿ ਤੁਸੀਂ ਮਾਸਕ ਲਾ ਕੇ ਅਤੇ ਸੋਸ਼ਲ ਡਿਸਟੈਂਸਿੰਗ ਕਰਕੇ ਵਾਇਰਸ ਦੀ ਸਪਰੈਡ ਨੂੰ ਰੋਕ ਲਓਗੇ। ਮੇਰੀ ਐਪੀਡੈਮੀਓਲੋਜੀ ਤਾਂ ਮੈਨੂੰ ਕਹਿੰਦੀ ਹੈ ਕਿ ਨਹੀਂ ਰੁਕ ਸਕਦੀ ਹੈ ਫਲੂ ਦੀ ਵਾਇਰਸ। ਜਿਹੜੀ ਰੈਸਪੀਰੇਟਰੀ ਵਾਇਰਸਿਸ ਨੇ ਇਹਨਾਂ ਦੀ ਸਪਰੈਡ ਨਹੀਂ ਰੁਕੀ ਜਾ ਸਕਦੀ, ਕਿਉਂਕਿ ਹਵਾ ਨਹੀਂ ਜਾਂਦੀਆਂ ਨੇ, ਜਨਰਲ ਹਵਾ ਦਾ ਪਾਰਟ ਬਣ ਜਾਂਦੀਆਂ ਨੇ, ਜਨਰਲ ਹਵਾ ਰਹਿ ਕੇ ਚਲੀ ਜਾਂਦੀਆਂ ਨੇ। ਮਤਲਬ ਇੱਕ ਚੀਜ਼ ਜਿਹੜੀ ਹੈ ਉਹ ਇਹ ਹੈ ਕਿ WHO ਦੇ ਬਾਰੇ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ WHO ਦਾ ਪ੍ਰੋਟੋਕੋਲ ਜਿਹੜਾ ਉਹ ਫੋਲੋ ਕਰਨਾ ਪੈਂਦਾ। WHO ਜਿਹੜਾ ਉਹ ਜੋ ਕਹਿੰਦਾ ਉਹ ਸਾਰੇ ਦੁਨੀਆ ਦੇ ਦੇਸ਼ ਜਿਹੜੇ ਉਸਨੂੰ ਲਾਗੂ ਕਰ ਲੈਂਦੇ ਨੇ। ਕਿ WHO ਦਾ ਪ੍ਰੋਟੋਕੋਲ ਫੋਲੋ ਕਰਨਾ ਜਿਹੜਾ ਉਹ ਜ਼ਰੂਰੀ ਹੁੰਦਾ ਹੈ ਜਾਂ ਫਿਰ ਉਹਨੂੰ ਮਨਾ ਵੀ ਕੀਤਾ ਜਾ ਸਕਦਾ? ਇਹ ਕੁਲਵੰਤ ਜੀ ਬਹੁਤ ਗਹਿਰੀ ਪੋਲੀਟਿਕਸ ਹੈ। ਇਹ ਗਲੋਬਲਾਈਜੇਸ਼ਨ ਜਦੋਂ ਹੋਈ ਨਾ, ਜਿਹੜਾ ਵਰਲਡ ਬੈਂਕ ਹੈ, ਵਰਲਡ ਬੈਂਕ ਸਭ ਤੋਂ ਵੱਡਾ ਦਾਦਾ ਦੁਨੀਆ ਦਾ। ਹਾਂ, ਇਹ ਸਭ ਤੋਂ ਵੱਡਾ ਦਾਦਾ ਅਤੇ ਸਾਰੇ ਬੈਂਕਾਂ ਦਾ ਬਾਪ ਹੈ। ਇਹ ਕੀ ਕਰਦੇ ਆ, ਜਦੋਂ ਲੋਨ ਦਿੰਦੇ ਆ ਸਰਕਾਰਾਂ ਨੇ, ਉਹ ਹਿਊਜ ਲੋਨ ਲਏ ਹੋਏ ਆ ਸਾਡੀ ਸਰਕਾਰ ਨੇ। ਜਦੋਂ ਲੋਨ ਲੈਂਦੇ ਉਹਦੇ ਸ਼ਰਤਾਂ ਲੱਗੀਆਂ ਹੁੰਦੀਆਂ ਨੇ। ਉਹ ਸ਼ਰਤਾਂ 'ਚ ਇਹ ਵੀ ਇੱਕ ਸ਼ਰਤ ਹੈ ਕਿ ਜਦੋਂ ਐਪੀਡੈਮਿਕ ਹੋਏਗੀ ਤਾਂ ਤੁਹਾਨੂੰ WHO ਦੀਆਂ ਗਾਈਡਲਾਈਨ ਫੋਲੋ ਕਰਨੀਆਂ ਪੈਣਗੀਆਂ। ਲਿਖਿਆ ਹੋਇਆ, ਰਿਟਨ ਹੈ। ਹੁਣ ਕਿਆ ਹੋ ਗਿਆ, ਮੈਨੂੰ ਤਾਂ ਇਹਦੇ 'ਚ ਵੀ ਲੱਗ ਰਿਹਾ ਕਿ ਜਿਹੜੀ ਇਸ ਪ੍ਰੈਜ਼ੈਂਟ ਗੌਰਮੈਂਟ ਹੈ, BJP ਦੀ ਗੌਰਮੈਂਟ ਹੈ, ਇਹਨੂੰ ਇਹ ਸਮਝ ਆ ਰਹੀ ਹੈ ਕਿ ਅਸੀਂ ਆਯੁਰਵੇਦ ਦੇ ਉੱਪਰ ਪਹਿਰਾ ਦੇਣਾ ਸਾਡਾ ਬਣਦਾ। ਆਯੁਰਵੇਦ 'ਤੇ ਸਾਡਾ ਪਹਿਰਾ ਦੇਣਾ ਬਣਦਾ। ਇਹਨਾਂ ਨੂੰ ਇਹਨੂੰ ਮੋਰੈਲਿਟੀ ਹੈ, ਇਹਨਾਂ ਦੀ ਜਿਹੜੀ ਜਿਹਨੂੰ ਕਹਿੰਦੇ ਆ ਇਹਨਾਂ ਦੀ ਅੰਦਰਲੀ ਅੰਤਰਾਤਮਾ ਹੈ, ਉਹ ਇਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਆਯੁਰਵੇਦ 'ਤੇ ਪਹਿਰਾ ਦਿਓ। ਲੇਕਿਨ WHO ਦੇ ਅੰਦਰ ਕਿਉਂਕਿ ਅੰਦਰ ਥੱਲੇ ਲੱਗੇ ਹੋਏ ਸਰਕਾਰ ਚਲਾਉਣੀ ਹੈ। ਅਤੇ ਤੁਹਾਨੂੰ ਯਾਦ ਹੋਣਾ ਟਰੰਪ ਕੀ ਕਰ ਰਿਹਾ ਸੀ ਵੈਕਸੀਨੇਸ਼ਨ ਦੇ ਮਾਮਲੇ 'ਚ? ਉਹਨੇ WHO ਤੋਂ ਪੈਸੇ, ਫਾਈਨੈਂਸ਼ੀਅਲ ਸਪੋਰਟ ਬੰਦ ਕਰਤੀ ਸੀਗੀ ਅਤੇ ਉਹਨੂੰ ਹਰਾਤਾ ਅਗਲਿਆਂ ਨੇ। ਟਰੰਪ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਵੈਕਸੀਨੇਸ਼ਨ ਦੀ ਜ਼ਰੂਰਤ ਨਹੀਂ ਹੈ, ਵੈਕਸੀਨ ਕੋਈ ਜ਼ਰੂਰਤ ਨਹੀਂ, ਨਾ ਲਾਉਣ ਦੀ ਲੋੜ ਹੈ, ਅਤੇ ਨਾ ਜੋ ਕੁਛ ਤੁਸੀਂ ਕਰ ਰਹੇ ਹੋ ਉਹਦੀਆਂ ਬੰਦਿਸ਼ਾਂ ਦੀ ਲੋੜ ਹੈ, ਖੁੱਲ੍ਹੇ ਛੱਡੋ। ਲੇਕਿਨ ਉਦੋਂ ਕੰਟਰੋਵਰਸੀ ਥੋੜ੍ਹੀ ਜਿਹੀ ਬਾਹਰ ਆਈ, ਬਾਕੀ ਅੰਦਰ ਰਹਿ ਗਈ। ਅਤੇ ਉਹਨੇ WHO ਦੇ ਫੌਜੀ ਕੱਢਤਾ ਉਹਨੇ, ਅਤੇ WHO ਦੀ ਫੰਡਿੰਗ ਬੰਦ ਕਰਤੀ।
ਕੌਣ ਦੀ ਏਡ 'ਚ ਆਇਆ? ਬਿਲ ਗੇਟਸ, ਜਿਹੜਾ ਕਿ ਵੈਕਸੀਨ ਦਾ ਸਭ ਤੋਂ ਵੱਡਾ ਵਪਾਰੀ ਹੈ। ਦੁਨੀਆ ਦਾ ਵਪਾਰ ਦੇ ਵਿੱਚ ਮੋਨੋਪਲੀ ਹੈ ਬਿਲ ਗੇਟਸ ਦੀ। ਜੇ ਆਪਾਂ ਕਹਿ ਲਈਏ ਕਿ ਘੱਟੋ ਘੱਟ 80% ਵਪਾਰ ਉਹੀ ਇਕੱਲਾ ਬੰਦਾ ਕੰਟਰੋਲ ਕਰਦਾ। ਉਸ ਬੰਦੇ ਨੇ ਫਿਰ WHO ਦੀ ਫੰਡਿੰਗ ਕੀਤੀ। ਹੁਣ ਉਹ WHO ਜਿਹੜਾ ਕਿ ਪਿਓਰਲੀ ਕਮਰਸ਼ੀਅਲ ਬੰਦਿਆਂ ਤੋਂ ਫੰਡਿੰਗ ਲੈ ਰਿਹਾ ਅਤੇ ਜਿਨ੍ਹਾਂ ਦੇ ਕਮਰਸ਼ੀਅਲ ਇੰਟਰਸਟ ਨੇ ਉਹਨਾਂ ਦੇ ਬਿਹਾਫ 'ਤੇ ਕੰਮ ਕਰ ਰਿਹਾ, ਤਾਂ ਉਹ ਜੋ ਕਹੇਗਾ ਉਹੀ ਕਰਨਾ ਪਏਗਾ ਉਹਨੂੰ। ਸੋ ਇਸ ਕਰਕੇ ਉਹ ਜਿਹੜੇ ਸਾਡੇ ਰਿਲੇਸ਼ਨਸ਼ਿਪ ਨੇ ਇਹ ਵਰਲਡ ਬੈਂਕ ਦੇ ਰਾਹੀਂ ਜਿਹੜੀ ਵੱਡੇ ਕਾਰਪੋਰੇਟਸ ਦੇ ਅਤੇ ਉਹਨਾਂ ਦੇ ਉਹ ਰਿਲੇਸ਼ਨਸ਼ਿਪ ਇੱਦਾਂ ਦੇ ਬਣੇ ਹੋਏ ਆ ਕਿ ਇਹ 'ਚ ਅਸੀਂ ਰਿਫਿਊਜ਼ਲ ਜਦੋਂ ਕਰਦੇ ਹਾਂ ਤਾਂ ਉਹਦੇ ਲਈ ਦਮਖਮ ਚਾਹੀਦਾ। ਉਹਦੇ ਅੰਦਰ ਫਿਰ ਕਿਉਂਕਿ ਪੋਲੀਟੀਕਲ ਪਾਰਟੀਆਂ ਦੀਆਂ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ, ਇਹਨਾਂ ਨੇ ਫੰਡਿੰਗ ਲੈਣੀ ਹੁੰਦੀ ਹੈ, ਇਹਨਾਂ ਨੇ ਇਲੈਕਸ਼ਨਾਂ ਲੜਨੀਆਂ ਹੁੰਦੀਆਂ ਨੇ, ਇਹਨਾਂ ਨੇ ਪਾਵਰ 'ਚ ਰਹਿਣਾ ਹੁੰਦਾ, ਤਾਂ ਉਹ ਕੰਪਲਸ਼ਨਸ ਹੈਗੀਆਂ ਨੇ। ਲੇਕਿਨ ਅੱਜ ਦੇ ਯੁੱਗ 'ਚ ਅੱਜ ਜਿਹੜੀ ਇਹ ਕੰਟਰੋਵਰਸੀ ਆਈ ਹੈ ਬਾਬਾ ਰਾਮਦੇਵ ਵਰਸਸ IMA, ਇਹਦੇ 'ਚ ਮੈਨੂੰ ਜਿਹੜੀ ਮਤਲਬ ਪਰਸਨਲੀ ਇੱਕ ਫੀਲਿੰਗ ਹੋ ਰਹੀ ਹੈ ਕਿ BJP ਦੇ ਅੰਦਰ ਜਿਹੜੀ ਹੈ ਇਹ ਭਾਵਨਾ ਹੈਗੀ ਆ ਕਿ ਸਾਡੀ ਮੋਰਲ ਰਿਸਪੋਂਸੀਬਿਲਿਟੀ ਬਣਦੀ ਹੈ, ਕਿਉਂਕਿ ਉਹ ਆਯੁਰਵੇਦ ਦੇ ਬੜੇ ਵੱਡੇ ਸਪੋਰਟਰ ਨੇ। ਗੱਲ ਕਰਦੇ ਨੇ ਅਲੱਗ ਚੀਜ਼ ਹੋਗੀ ਨਾ, ਦੇਸ਼ ਭਗਤੀ ਦੀ ਗੱਲ ਕਰਦੇ ਨੇ, ਸਭ ਤੋਂ ਵੱਧ ਜਿਹੜਾ ਹਿੰਦੁਸਤਾਨ ਦੀ ਗੱਲ ਕਰਦੇ ਨੇ। ਇੱਥੋਂ ਤੱਕ ਕਿ ਜਿਹੜੇ ਪੁਰਾਣੇ ਮੁਗਲਾਂ ਦੇ ਜ਼ਮਾਨੇ ਦੇ ਵਿੱਚ ਜਿਹੜੇ ਨਾਮ ਬਦਲ ਦਿੱਤੇ ਗਏ ਸੀ ਸ਼ਹਿਰਾਂ ਦੇ, ਉਹਨਾਂ ਨੂੰ ਵੀ ਉਹ ਦੁਬਾਰਾ ਜਿਹੜੇ ਉਸੇ ਤਰੀਕੇ ਦਿੱਲੀ ਦਾ ਨਾਮ ਵੀ ਇੰਦਰਪ੍ਰਸਥ ਕਰਨ ਦੀ ਗੱਲ ਚੱਲ ਰਹੀ ਹੈਗੀ ਹੈ। ਤਾਂ ਕਿਉਂ ਨਹੀਂ ਫਿਰ ਆਯੁਰਵੇਦ ਨੂੰ ਜਿਹੜਾ ਉਹ ਬੜਾਵਾ ਦੇ ਰਹੇ? ਆਹੀ ਗੱਲ ਮੈਨੂੰ ਹੁਣ ਲੱਗ ਰਿਹਾ ਕਿ ਉਹਨਾਂ ਦੀ ਜਿਹੜੀ ਅੰਤਰ-ਆਤਮਾ ਨੂੰ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਆਯੁਰਵੇਦ ਨੂੰ ਡਿਫੈਂਡ ਕਰੋ ਅਤੇ ਆਯੁਰਵੇਦ ਨੂੰ ਲਾਗੂ ਹੋਣ ਦਿਓ। WHO ਦਾ ਜਿਹੜਾ ਲੌਬੀ ਹੈ ਇਹ ਆਯੁਰਵੇਦ ਨੂੰ ਬਿਲਕੁਲ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ, ਔਰ ਉਸ ਤੋਂ ਵੀ ਖਤਰਨਾਕ ਫੇਜ਼ ਆ ਰਹੀ ਕੁਲਵੰਤ ਜੀ। ਇੱਕ ਅਗਲੇ ਸਮੇਂ 'ਚ ਇਹ ਲੜਾਈ ਇਸ ਕਰਕੇ ਵੀ ਬਹੁਤ ਜ਼ਰੂਰੀ ਵੀ ਹੈ ਅਤੇ ਇਹ ਆਉਣੀ ਸੀ, ਕਿਉਂਕਿ ਹੁਣ ਕਰਨ ਕੀ ਜਾ ਰਹੇ ਇਹ ਅਲਟੀਮੇਟਲੀ ਜਿਹੜੀ ਫਾਰਮਾ ਕੰਪਨੀਆਂ ਨੇ ਇਹ ਲਿਆਉਣ ਜਾ ਰਹੀਆਂ ਨੇ ਇਹੋ ਜਿਹੇ ਲਾਜ਼ ਕਿ ਤੁਹਾਨੂੰ ਫਲਾਂ ਬਿਮਾਰੀ ਹੋਈ ਹੈ ਤਾਂ ਤੁਹਾਨੂੰ ਆਹੀ ਟਰੀਟਮੈਂਟ ਕਰਨੀ ਪਏਗੀ। ਫਾਰ ਐਗਜ਼ਾਮਪਲ ਤੁਹਾਨੂੰ ਕੈਂਸਰ ਹੋਇਆ ਤਾਂ ਤੁਸੀਂ ਆਯੁਰਵੇਦ ਦਾ ਟਰੀਟਮੈਂਟ ਨਹੀਂ ਕਰ ਸਕਦੇ, ਤੁਸੀਂ ਹੋਮੋਪੈਥੀ ਦਾ ਟਰੀਟਮੈਂਟ ਨਹੀਂ ਕਰ ਸਕਦੇ, ਮਰੀਜ਼ ਦੀ ਕੋਈ ਆਪਸ਼ਨ ਨਹੀਂ ਹੈ। ਤੁਹਾਨੂੰ ਉਹ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਹੀ ਕਰਾਉਣੀ ਪਏਗੀ। ਤੁਹਾਨੂੰ ਕਰੋਨਾ ਹੋਇਆ ਤਾਂ ਤੁਹਾਨੂੰ ਵੈਕਸੀਨੇਸ਼ਨ ਹੀ ਲਵਾਉਣਾ ਪਏਗਾ, ਤੁਸੀਂ ਨਹੀਂ ਕਹਿ ਸਕਦਾ ਮੈਂ ਆਪਣੀ ਇਮਿਊਨਿਟੀ ਬਣਾ ਲਈ। ਇਹ ਖਤਰਨਾਕ ਲੈਵਲ ਤੱਕ ਜਾ ਰਹੀ ਗੱਲ, ਅਤੇ ਇਹ ਲੜਾਈ ਲੜਨੀ ਹੀ ਪੈਣੀ ਹੈ, ਇਹ ਲੜਾਈ ਲੜਨੀ ਹੀ ਪੈਣੀ ਹੈ। ਕਿਉਂਕਿ ਮੈਂ ਇਸ ਗੱਲ 'ਤੇ ਮੇਰੀ ਜਿਹੜੀ 50 ਸਾਲ ਦਾ ਮੇਰਾ ਜਿਹੜਾ ਮੈਡੀਕਲ ਪ੍ਰੋਫੈਸ਼ਨ ਦਾ ਐਕਸਪੀਰੀਅੰਸ ਹੈ ਅਤੇ ਮੇਰੀਆਂ ਜਿਹੜੀਆਂ ਡਿਗਰੀਆਂ ਨੇ ਐਲੋਪੈਥੀ ਦੀਆਂ, ਉਹ ਵੀ ਮੈਨੂੰ ਇਹ ਸਮਝ ਦਿੰਦੀਆਂ ਨੇ ਕਿ ਇਹ ਜਿਹੜਾ ਖਤਰਨਾਕ ਵਰਤਾਰਾ ਹੈ ਇਹ ਬਹੁਤ ਹੀ ਗੰਦਾ ਹੈ, ਕਿਉਂਕਿ ਉਹਨਾਂ ਕੋਲ ਹੈ ਕੁਛ ਨਹੀਂ ਪੱਲੇ, ਉਹਨਾਂ ਦੇ ਨਾ ਕੈਂਸਰ ਦੀ ਟਰੀਟਮੈਂਟ 'ਚ ਕੁਛ ਪੱਲੇ ਹੈ ਅਤੇ ਨਾ ਇਹੋ ਜਿਹੀਆਂ ਵਾਇਰਸ ਦੀਆਂ ਜਿਹੜੀਆਂ ਮਹਾਂਮਾਰੀਆਂ ਨੇ ਇਹਨਾਂ ਦੇ ਵਿੱਚ ਕੋਈ ਪੱਲੇ ਹੈ। ਇਹਨਾਂ ਦੇ ਮਾਮਲੇ 'ਚ ਆਯੁਰਵੈਦਿਕ ਸਮਝ ਜਿਹੜੀ ਹੈ, ਮੈਂ ਆਯੁਰਵੈਦਿਕ ਮੈਡੀਸਨ ਦੀ ਗੱਲ ਨਹੀਂ ਕਰ ਰਿਹਾ, ਆਯੁਰਵੈਦਿਕ ਅਪਰੋਚ ਟੂ ਹੈਲਥ, ਆਯੁਰਵੈਦਿਕ ਅਪਰੋਚ ਟੂ ਹੈਲਥ ਜਿਹੜੀ ਹੈ 100 ਟਾਈਮਸ ਬੈਟਰ ਹੈ ਐਲੋਪੈਥੀ ਨਾਲੋਂ, 100 ਟਾਈਮਸ ਬੈਟਰ ਹੈ। ਤਾਂ ਉਸ ਬੈਟਰ ਸਮਝ ਨੂੰ ਹਿੰਦੁਸਤਾਨ ਦੇ ਅਗਰ ਲਾਗੂ ਕਰ ਜਾਂਦਾ ਤਾਂ ਹਿੰਦੁਸਤਾਨ ਵਿਸ਼ਵ ਗੁਰੂ ਬਣ ਸਕਦਾ, ਕਿਉਂਕਿ ਫਿਰ ਸਾਡੇ ਕੋਲ ਸਾਰੇ ਲੋਕ ਆਉਣਗੇ, ਇਲਾਜ ਕਰਾਉਣ ਵੀ ਆਉਣਗੇ, ਸਾਡੇ ਕੋਲ ਸਿੱਖਣ ਵੀ ਆਉਣਗੇ, ਸਾਡੇ ਬੰਦਿਆਂ ਨੂੰ ਵੀ ਬੁਲਾਉਣਗੇ। ਅੱਜ ਅਸੀਂ ਜੇ ਭਾਰਤ ਨੂੰ ਸੰਪੰਨ ਬਣਾਉਣਾ ਹੈ, ਭਾਰਤ ਨੂੰ ਹੈਲਦੀ ਬਣਾਉਣਾ ਹੈ, ਤਾਂ ਇਹ ਸਾਰੀ ਸਾਡੇ ਕੰਟਰੀ ਦਾ ਬੇੜਾ ਗਰਕ ਕਰ ਰਹੇ ਹੈ, ਸਾਡੇ ਕੰਟਰੀ ਨੂੰ ਸਿੱਖ ਕਰ ਰਹੇ ਹਾਂ। ਕਰੋਨਾ ਦੇ ਨਾਂ 'ਤੇ ਸਾਰੀ ਸਿਕਨੈਸ ਜਨਰੇਟ ਕਰਤੀ ਇਹਨਾਂ ਨੇ ਉਲਟਾ, ਸਗੋਂ ਕਰੋਨਾ ਨੇ ਸਿੱਖ ਨਹੀਂ ਕੀਤਾ ਸਾਨੂੰ। ਜਿਹੜਾ ਕਰੋਨਾ ਇੱਥੇ ਵੜ ਗਿਆ ਉਹਨੇ ਸਿੱਖ ਕੀਤਾ, ਅਤੇ ਜਿਹੜਾ ਕਰੋਨਾ ਦਾ ਟਰੀਟਮੈਂਟ ਆਇਆ ਉਹਨੇ ਸਿੱਖ ਕੀਤਾ। ਕਰੋਨਾ ਵਾਇਰਸ ਨੇ ਨਹੀਂ ਕਿਹਾ ਕੁਛ, ਕਰੋਨਾ ਵਾਇਰਸ ਤਾਂ ਜੇ ਇਹਨੂੰ ਨੈਚੁਰਲੀ ਡੀਲ ਕੀਤਾ ਜਾਂਦਾ ਤਾਂ ਇਹਨੇ ਆਉਣਾ ਸੀ, ਜੋ ਨੁਕਸਾਨ ਪਹਿਲਾਂ ਕਰਦੀ ਸੀ ਉਹਨਾਂ ਕੁ ਨੁਕਸਾਨ ਕਰਕੇ ਫਿਰ ਚਲੇ ਜਾਣਾ ਸੀਗਾ। ਲੇਕਿਨ ਜਿਸ ਢੰਗ ਨਾਲ ਕਰੋਨਾ ਨੂੰ ਡੀਲ ਕੀਤਾ ਗਿਆ, ਉਹ ਸਾਡੇ ਇੱਥੇ ਕਰੋਨਾ ਵੜ ਗਿਆ, ਡਰ ਗਏ ਅਸੀਂ, ਦਹਿਸ਼ਤ ਜੁਦਾ ਕਰਤੇ ਬੰਦੇ। ਉਹਦੇ ਨਾਲ ਜੋ ਕੁਛ ਹੋ ਰਿਹਾ ਅਤੇ ਜੋ ਕੁਛ ਟਰੀਟਮੈਂਟ ਦੇ ਨਾਂ 'ਤੇ ਹੋ ਰਿਹਾ ਜਾਂ ਜੋ ਕੁਛ ਵੈਕਸੀਨੇਸ਼ਨ ਦੇ ਨਾਂ 'ਤੇ ਹੋ ਰਿਹਾ, ਇਹ ਸਾਰਾ ਸਾਡੇ ਕੰਟਰੀ ਲਈ ਬਹੁਤ ਹੀ ਤਬਾਹਕੁਨ ਹੈ। ਸਾਨੂੰ ਬਿਮਾਰ ਕਰਨ ਜਾ ਰਿਹਾ, ਸਾਨੂੰ ਡੈਮੇਜ ਕਰਨ ਜਾ ਰਿਹਾ, ਔਰ ਸਾਨੂੰ ਦੁਨੀਆ ਦੇ ਵਿੱਚ ਆਰਥਿਕ ਤੌਰ 'ਤੇ ਇੰਨਾ ਜ਼ਿਆਦਾ ਹਿੱਟ ਕਰਨ ਜਾ ਰਿਹਾ ਕਿ ਅਸੀਂ ਮੁੜ ਕੇ ਉੱਠ ਨਹੀਂ ਸਕਾਂਗੇ। ਜੇ ਅਸੀਂ ਆਯੁਰਵੇਦ ਦਾ ਰਸਤਾ ਅਪਣਾ ਲੈਂਦੇ ਹਾਂ ਜਾਂ ਹੈਲਦੀ ਹੋਣ ਦਾ ਆਲਟਰਨੇਟ ਮਾਡਲ ਅਪਣਾ ਲੈਂਦੇ ਹਾਂ, ਤਾਂ ਅਸੀਂ ਅੱਜ ਫਿਰ ਸਾਡੀ ਇਕੋਨਮੀ ਜਿਹੜੀ ਹੈ ਬਹੁਤ ਜ਼ਿਆਦਾ ਗਰੋ ਕਰ ਸਕਦੀ ਹੈ, ਔਰ ਅਸੀਂ ਵਿਸ਼ਵ ਗੁਰੂ ਬਣ ਸਕਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਐਲੋਪੈਥੀ ਅਤੇ ਆਯੁਰਵੇਦ ਦੇ ਵਿਚਕਾਰ ਜਿਹੜਾ ਵਿਵਾਦ ਖੜ੍ਹਾ ਹੋਇਆ ਉਹਦੇ ਮੂਲ ਕਾਰਨ ਦੱਸਿਆ ਕਿ ਕਿਸ ਤਰੀਕੇ ਨਾਲ ਵਿਸ਼ਵ ਸਿਹਤ ਸੰਸਥਾ ਯਾਨੀ WHO ਉਹ ਕਿਸ ਤਰ੍ਹਾਂ ਹਾਵੀ ਹੋ ਰਹੀ ਹੈ, ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਬਣਾਏ ਗਏ ਪ੍ਰੋਟੋਕੋਲ ਜਿਹੜੇ ਨੇ ਉਹ ਸਾਰੇ ਦੁਨੀਆ ਦੇ ਉਹਨਾਂ ਦੇਸ਼ਾਂ ਨੂੰ, ਸਾਰੇ ਦੇਸ਼ਾਂ ਨੂੰ, ਅਤੇ ਖਾਸ ਕਰ ਉਹਨਾਂ ਦੇਸ਼ਾਂ ਨੂੰ ਜਿਹੜੇ ਵਿਸ਼ਵ ਬੈਂਕ ਕੋਲੋਂ ਜਿਹੜੇ ਕਰਜ਼ਾ ਲੈਂਦੇ ਨੇ ਉਹਨਾਂ ਵਾਸਤੇ ਉਹ ਸ਼ਰਤਾਂ ਲਗਾਈਆਂ ਗਈਆਂ ਨੇ ਕਿ WHO ਦੀਆਂ ਗਾਈਡਲਾਈਨਸ ਨੂੰ ਮੰਨਣਾ ਜਿਹੜਾ ਮਹਾਂਮਾਰੀ ਦੇ ਦੌਰਾਨ ਜਿਹੜੀਆਂ ਉਹ ਜ਼ਰੂਰੀ ਹੋਏਗਾ। ਅਤੇ ਉਹ ਕਾਰਨ ਹੈ ਕਿ ਸਾਨੂੰ WHO ਦੀਆਂ ਗਾਈਡਲਾਈਨ ਜਿਹੜੀਆਂ ਨੇ ਉਹ ਮੰਨਣੀਆਂ ਪੈ ਰਹੀਆਂ ਨੇ, ਅਤੇ ਉਹਦੇ ਕਈ ਗੰਭੀਰ ਨਤੀਜੇ ਵੀ ਭੁਗਤਣੇ ਪੈ ਰਹੇ ਨੇ। ਇਸ ਦੌਰਾਨ
ਬਾਬਾ ਰਾਮਦੇਵ ਵੱਲੋਂ ਜਿਸ ਤਰ੍ਹਾਂ ਦਾ ਬਿਆਨ ਆਇਆ ਹੋਇਆ, ਡਾਕਟਰ ਸਾਹਿਬ ਨੇ ਉਸ ਚੀਜ਼ ਦਾ ਸਮਰਥਨ ਨਹੀਂ ਕੀਤਾ ਕਿ ਜੋ ਉਹਨਾਂ ਨੇ ਬੋਲਿਆ, ਜਿਸ ਤਰੀਕੇ ਨਾਲ ਬੋਲਿਆ ਉਸ ਚੀਜ਼ ਦਾ ਸਮਰਥਨ ਨਹੀਂ ਕੀਤਾ। ਉਸ ਨੂੰ ਤਾਂ ਉਹਨਾਂ ਨੇ ਕਿਹਾ ਵੀ ਇਹ ਗਲਤ ਹੈ, ਪਰ ਜਿਸ ਤਰੀਕੇ ਨਾਲ ਆਯੁਰਵੇਦ ਦੇ ਉੱਤੇ ਅਟੈਕ ਹੋਇਆ, ਆਯੁਰਵੇਦ ਦੇ ਉੱਤੇ ਜਿਸ ਤਰੀਕੇ ਨਾਲ 200 ਸਾਲ ਤੋਂ ਅਟੈਕ ਹੁੰਦਾ ਆਇਆ, ਉਸ ਦੇ ਉੱਤੇ ਡਾਕਟਰ ਸਾਹਿਬ ਨੇ ਜਿਹੜਾ ਉਹ ਸਵਾਲ ਕੀਤੇ ਨੇ ਕਿ ਉਸ ਵੇਲੇ ਜਿਹੜੇ ਆ ਇਹ ਸਾਰੇ ਕਿਉਂ ਚੁੱਪ ਰਹੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।